ਓਮ ਸ਼ਾਂਤੀ। ਅੱਜ 25/8/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਇਹ ਸੰਗਮ ਯੁੱਗ ਹੈ ਬ੍ਰਾਹਮਣਾਂ ਦੀ ਪੂਰੀ। ਇਸ ਵਿੱਚ ਤੁਸੀਂ ਬ੍ਰਹਮਾ ਦੇ ਬੱਚੇ ਬਣੇ ਹੋ। ਤੁਹਾਨੂੰ ਬੇਹੱਦ ਦੇ ਬਾਪ ਦਾ ਵਰਸਾ ਲੈਣਾ ਹੈ ਅਤੇ ਸਭ ਨੂੰ ਦੁਆਉਣਾ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਇਸ ਗਿਆਨ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਕਿਸ ਤਰ੍ਹਾਂ ਦੀ ਬੁੱਧੀ ਚਾਹੀਦੀ ਹੈ? ਅੱਜ ਬਾਬਾ ਦਾ ਉੱਤਰ ਹੈ, ਵਪਾਰੀ ਬੁੱਧੀ ਵਾਲੇ ਹੀ ਇਸ ਗਿਆਨ ਨੂੰ ਚੰਗੀ ਤਰ੍ਹਾਂ ਸਮਝਣਗੇ। ਇਹ ਹੈ ਬੇਹੱਦ ਦਾ ਵਪਾਰ। ਬਾਪ ਬੱਚਿਆਂ ਨੂੰ ਵੱਖ-ਵੱਖ ਕਮਾਈ ਦੀਆਂ ਜੁਗਤੀਆਂ ਦੱਸਦੇ ਰਹਿੰਦੇ ਹੈ। ਬੱਚਿਆਂ ਦਾ ਕੰਮ ਹੈ ਮਿਹਨਤ ਕਰਨਾ। ਅਜਿਹੀ ਜੁਗਤੀ ਨਿਕਾਲਣੀ ਚਾਹੀਦੀ ਹੈ ਜਿਸ ਨਾਲ ਖੁਦ ਦੀ ਵੀ ਕਮਾਈ ਜਮ੍ਹਾਂ ਹੁੰਦੀ ਰਹੇ ਅਤੇ ਸਰਬ ਦਾ ਵੀ ਕਲਿਆਣ ਹੋਵੇ। ਬਾਪ ਦੀ ਯਾਦ ਅਤੇ ਸੇਵਾ ਹੀ ਕਮਾਈ ਦਾ ਸਾਧਨ ਹੈ। ਗੀਤ ਹੈ ਅੱਜ ਦਾ, ਰਾਤ ਦੇ ਰਾਹੀ ਥੱਕ ਮਤ ਜਾਣਾ, ਸੁਬਹ ਦੀ ਮੰਜ਼ਿਲ ਦੂਰ ਨਹੀਂ। ਓਮ ਸ਼ਾਂਤੀ। ਪਰਲੌਕਿਕ ਬਾਪ ਬੱਚਿਆਂ ਦੇ ਪ੍ਰਤੀ ਸਮਝਾ ਰਹੇ ਹੈ। ਕਹਿੰਦੇ ਹੈ ਕਿ ਬੱਚੇ ਆਪਣੇ ਪਰਲੌਕਿਕ ਪਰਮ ਪਿਤਾ ਪਰਮਾਤਮਾ ਨੂੰ ਭੁੱਲਣਾ ਨਹੀਂ ਹੈ। ਗਾਇਆ ਵੀ ਜਾਂਦਾ ਹੈ ਗੀਤਾ ਦਾ ਭਗਵਾਨ, ਬਾਈਬਲ ਦਾ ਭਗਵਾਨ ਅਤੇ ਕੁਰਾਨ ਦਾ ਭਗਵਾਨ। ਕਦੀ ਕਿਸੇ ਨੂੰ ਨਹੀਂ ਕਹਾਂਗੇ। ਕੋਈ ਵੀ ਧਰਮ ਸਥਾਪਨ ਕਰਨ ਵਾਲੇ ਇਵੇਂ ਨਹੀਂ ਕਹਿਣਗੇ ਕਿ ਹੇ ਬੱਚੇ, ਹੁਣ ਮੈਨੂੰ ਪਰਲੌਕਿਕ ਬਾਪ ਨੂੰ ਯਾਦ ਕਰੋ। ਇਵੇਂ ਕੋਈ ਕਿਸੇ ਨੂੰ ਕਹਿ ਨਹੀਂ ਸਕਦੇ। ਬੱਚਾ ਪੈਦਾ ਹੁੰਦਾ ਹੈ, ਬਾਪ ਨੂੰ ਜਾਣਦੇ ਹੈ, ਬਾਪ ਨੂੰ ਹੀ ਯਾਦ ਕਰਦੇ ਰਹਿਣਗੇ ਕਿਉਂਕਿ ਵਾਰਿਸ ਹੈ। ਹੁਣ ਪਰਲੌਕਿਕ ਬਾਪ ਕਹਿੰਦੇ ਹੈ, ਹੇ ਮੇਰੇ ਸਿਕਿਲ ਦੇ ਬੱਚੇ, ਹੁਣ ਤੁਹਾਨੂੰ ਮੇਰੇ ਕੋਲੋਂ ਆਉਣਾ ਹੈ। ਮੈਂ ਤੁਹਾਨੂੰ ਬੱਚਿਆਂ ਨੂੰ ਪਰਮ ਧਾਮ, ਨਿਰਮਾਣ ਧਾਮ ਲੈ ਚੱਲਣ ਆਇਆ ਹਾਂ। ਤੁਸੀਂ ਭਗਤ ਮੈਨੂੰ ਭਗਵਾਨ ਨੂੰ ਯਾਦ ਕਰਦੇ ਸੀ। ਹੁਣ ਮੈਂ ਕਹਿੰਦਾ ਹਾਂ, ਤੁਸੀਂ ਮੈਨੂੰ ਨਿਰੰਤਰ ਯਾਦ ਕਰੋ। ਮੈਂ ਤੁਹਾਨੂੰ ਸੁੱਖ ਧਾਮ ਲੈ ਚੱਲਦਾ ਹਾਂ। ਆਪਣੇ ਦਿਲ ਅੰਦਰ ਦੇਖੋ, ਤੁਸੀਂ ਆਧਾ ਕਲਪ ਕਿੰਨਾ ਦੁੱਖ ਉਠਾਇਆ ਹੈ। ਪਹਿਲੇ ਤੋਂ ਹੀ ਇੰਨਾ ਦੁੱਖ ਨਹੀਂ ਮਿਲਦਾ ਹੈ, ਪਿੱਛੇ ਦੁੱਖ ਬ੍ਰਿਧੀ ਨੂੰ ਪਾਉਂਦਾ ਹੈ। ਹੁਣ ਪਰਲੌਕਿਕ ਬਾਪ ਕਹਿੰਦੇ ਹੈ, ਮੈਨੂੰ ਯਾਦ ਕਰੋ। ਸਭ ਧਰਮ ਵਾਲਿਆਂ ਨੂੰ ਕਹਿੰਦੇ ਹੈ, ਹੇ ਮੇਰੇ ਬੱਚੇ, ਤੁਸੀਂ ਆਪਣੇ ਨੂੰ ਭਰਾ ਸਮਝਦੇ ਆਏ ਹੋ। ਹੁਣ ਤੁਸੀਂ ਆਤਮਾਵਾਂ ਦਾ ਜੋ ਪਰਲੌਕਿਕ ਬਾਪ ਹੈ, ਜਿਸ ਨੂੰ ਸਭ ਜੀਵ ਆਤਮਾਵਾਂ ਦੁੱਖ ਵਿੱਚ ਯਾਦ ਕਰਦੀਆਂ ਆਈ ਹੈ, ਉਹ ਹੁਣ ਬ੍ਰਹਮਾ ਮੁਖ ਕਮਲ ਦੁਆਰਾ ਤੁਸੀਂ ਬੱਚਿਆਂ ਨੂੰ ਸਮਝਾ ਰਹੇ ਹੈ। ਸਮਝਾਣੀ ਦਿੱਤੀ ਜਾਂਦੀ ਹੈ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣਾਂ ਨੂੰ। ਪ੍ਰਜਾਪਿਤਾ ਬ੍ਰਹਮਾ ਨੂੰ ਸਿਰਫ ਕੁਮਾਰੀ ਹੀ ਨਹੀਂ ਹੈ, ਕੁਮਾਰ ਕੁਮਾਰੀਆਂ ਦੋਵੇਂ ਹੈ। ਭਰਾ ਭੈਣ ਸੀ ਬ੍ਰਹਮਾ ਕੁਮਾਰ ਕੁਮਾਰੀਆਂ। ਇੱਕ ਹੀ ਬਾਪ ਦੇ ਬੱਚੇ, ਇੱਕ ਹੀ ਦਾਦੇ ਦੇ ਪੋਤਰੇ ਪੋਤਰੀਆਂ ਠਹਿਰੇ। ਤੁਸੀਂ ਬੱਚਿਆਂ ਦੇ ਸਮੁਖ ਸਮਝਾਇਆ ਜਾਂਦਾ ਹੈ। ਤੁਸੀਂ ਸਮੁਖ ਸੁਣਦੇ ਹੋ, ਸਮਝਦੇ ਹੈ ਅਸੀਂ ਨਿਰਾਕਾਰ ਸ਼ਿਵ ਦੇ ਸਭ ਬੱਚੇ ਹਾਂ। ਬਰੋਬਰ ਅਸੀਂ ਬ੍ਰਹਮਾ ਦੁਆਰਾ ਸ਼ਿਵ ਬਾਬਾ ਕੋਲੋਂ ਵਰਸਾ ਸਵਰਗ ਦੀ ਬਾਦਸ਼ਾਹੀ ਪਾਉਣ ਦੇ ਲਈ ਰਾਜਯੋਗ ਸਿੱਖ ਰਹੇ ਹਾਂ। ਪਰਮ ਪਿਤਾ ਪਰਮਾਤਮਾ ਬ੍ਰਹਮਾ ਮੁਖ ਦੁਆਰਾ ਜੋ ਤੁਹਾਨੂੰ ਸਮਝਾਉਂਦੇ ਹੈ, ਉਹ ਫਿਰ ਹੋਰਨਾਂ ਨੂੰ ਸਮਝਾਉਣਾ ਹੈ। ਜੋ ਲੌਕਿਕ ਭਰਾ ਭੈਣ ਹੈ, ਉਹਨਾਂ ਨੂੰ ਸਮਝਾਉਣਾ ਹੈ। ਤੁਸੀਂ ਹੋਗੇ ਪਰਲੌਕਿਕ ਬਾਪ ਕੋਲੋਂ ਤੁਸੀਂ ਵਰਸਾ ਲੈਂਦੇ ਹੋ। ਤੁਸੀਂ ਕਹੋਗੇ ਪਰਲੌਕਿਕ ਭਰਾ ਭੈਣ, ਉਹ ਹੋਏ ਲੌਕਿਕ ਭਰਾ ਭੈਣ। ਤਾਂ ਬਾਪ ਸਮਝਾਉਂਦੇ ਹੈ, ਬੱਚੇ ਹੂਬਹੂ 5000 ਬਰੇ ਪਹਿਲੇ ਮੁਆਫਿਕ ਤੁਸੀਂ ਬੁੱਧੀ ਦਾ ਯੋਗ ਲਗਾਓ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋ ਜਾਣਗੇ, ਪਾਪ ਭਸਮ ਹੋ ਜਾਣਗੇ। ਬਾਪ ਦੀ ਯਾਦ ਨੂੰ ਹੀ ਯੋਗ ਅਗਨੀ ਕਿਹਾ ਜਾਂਦਾ ਹੈ। ਇਸ ਸਰਵ ਸ਼ਕਤੀਮਾਨ ਬਾਪ ਦੀ ਯਾਦ ਵਿੱਚ ਰਹਿਣ ਨਾਲ ਤੁਹਾਨੂੰ ਸ਼ਕਤੀ ਮਿਲੇਗੀ। ਉਹ ਇੱਕ ਹੀ ਨਿਰਾਕਾਰ ਬਾਪ ਹੈ। ਇਸ ਬ੍ਰਹਮਾ ਮੁਖ ਨਾਲ ਸੁਣਾਉਂਦੇ ਹੈ, ਜ਼ਰੂਰ ਰੱਥ ਤੇ ਚਾਹੀਦਾ ਹੈ ਨਾ, ਇਸ ਰੱਥ ਤੇ ਉੱਪਰ ਉਹਨਾਂ ਦੀ ਸਵਾਰੀ ਹੋਵੇ। ਇਹ ਰੱਥ ਹੈ, ਇਸ ਵਿੱਚ ਪਰਮ ਪਿਤਾ ਪਰਮਾਤਮਾ ਸਵਾਰ ਹੋ ਬੱਚਿਆਂ ਨੂੰ ਇਹ ਸਿਖਾਉਂਦੇ ਹੈ। ਇਸ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦੀ ਸਮਝਾਣੀ ਦਿੰਦੇ ਹੈ, ਜਿਸ ਨਾਲ ਤੁਸੀਂ ਭਵਿੱਖ ਵਿੱਚ ਚੱਕਰਵਰਤੀ ਰਾਜਾ ਰਾਣੀ ਬਣ ਜਾਓਗੇ ਅਤੇ ਨਿਰੰਤਰ ਯਾਦ ਕਰਨ ਨਾਲ ਵਿਕਰਮਾ ਜਿੱਤ ਬਣ ਜਾਓਗੇ, ਪਾਵਨ ਪੁੰਨ ਆਤਮਾਵਾਂ ਬਣ ਜਾਓਗੇ। ਬਾਬਾ ਜੋ ਸਵਰਗ ਸਥਾਪਨ ਕਰਦੇ ਹੈ, ਉਸ ਸਵਰਗ ਦੇ ਤੁਸੀਂ ਚੱਕਰਵਰਤੀ ਮਹਾਰਾਜਾ ਮਹਾਰਾਣੀ ਬਣੋਗੇ। ਸੋ ਵੀ 21 ਜਨਮਾਂ ਦੇ ਲਈ। ਅਤੇ ਭਾਰਤ ਵਿੱਚ ਜੋ ਵੀ ਉਤਸਵ ਹੁੰਦੇ ਹੈ, ਸ਼ਿਵ ਜਯੰਤੀ, ਹੋਲੀ, ਰਾਖੀ, ਜਨਮ ਅਸ਼ਟਮੀ, ਦੀਵਾਲੀ ਆਦਿ, ਇਹਨਾਂ ਸਭ ਉਤਸਵਾਂ ਦਾ ਮਹੱਤਵ ਅਤੇ ਹਰੇਕ ਦੀ ਬਾਇਓਗ੍ਰਾਫੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਆਓ ਭੈਣੋ ਭਰਾਵੋ, ਤੁਸੀਂ ਤੁਹਾਨੂੰ
ਪਰਲੌਕਿਕ ਬਾਪ ਦਾ ਪਰਿਚੈ ਦੇਈਏ। ਪਰਿਚੈ ਲੈ ਸਹਿਜ ਰਾਜਯੋਗ ਸਿੱਖ, ਤੁਸੀਂ ਵਿਸ਼ਵ ਦੇ ਮਾਲਿਕ ਬਣੋਗੇ। ਵਰਲਡ ਆਲਮਾਈਟੀ, ਪਵਿੱਤਰਤਾ, ਸੁਖ, ਸ਼ਾਂਤੀ, ਅਟਲ ਅਖੰਡ ਰਾਜ ਕਰਨਗੇ। ਇਹ ਕਿਸੇ ਨੂੰ ਸਮਝਾਉਣਾ ਬਹੁਤ ਸਹਿਜ ਹੈ, ਇਸ ਤਰ੍ਹਾਂ ਲਿਖਣਾ ਵੀ ਹੈ। ਬਾਪ ਦੇ ਸਮਝਾਏ ਹੋਏ ਇਹ ਰਾਜ ਅਸੀਂ ਤੁਹਾਨੂੰ ਸਮਝਾਵਾਂਗੇ, ਬਾਪ ਦੇ ਬੱਚੇ ਬਣਾਂਗੇ, ਉਦੋਂ ਤਾਂ ਵਰਸਾ ਮਿਲੇਗਾ ਨਾ। ਤੁਸੀਂ ਵੀ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈ ਕੇ ਆਓ। ਜਨਮ ਜਨਮ ਦਾ ਹੱਦ ਦਾ ਵਰਸਾ ਲੈਂਦੇ ਆਏ ਹੋ, ਉਹ ਹੈ ਦੁੱਖ ਦਾ ਵਰਸਾ, ਕਿਉਂਕਿ ਇਹ ਹੈ ਹੀ ਰਾਵਣ ਰਾਜ। ਰਾਮ ਦੇ ਰਾਜ ਵਿੱਚ ਸਦਾ ਸੁਖ ਸੀ, ਫਿਰ ਮਾਇਆ ਰਾਵਣ ਦੇ ਰਾਜ ਵਿੱਚ ਤੁਸੀਂ ਦੁਖੀ ਹੋਏ ਹੋ। ਇਹ ਤਾਂ ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ, ਪਬਲਿਕ ਭਾਸ਼ਣ ਵਿੱਚ ਵੀ ਤੁਸੀਂ ਸਮਝਾ ਸਕਦੇ ਹੋ। ਊਂਚ ਤੇ ਊਂਚ ਹੈ ਭਗਵਾਨ, ਫਿਰ ਹੈ ਬ੍ਰਹਮਾ ਵਿਸ਼ਨੂੰ ਸ਼ੰਕਰ, ਫਿਰ ਉਹਨਾਂ ਦੀ ਮਹਿਮਾ। ਗਾਇਆ ਵੀ ਹੋਇਆ ਹੈ ਬ੍ਰਹਮਾ ਦੁਬਾਰਾ ਸਥਾਪਨਾ ਤਾਂ ਜ਼ਰੂਰ ਸਥੂਲ ਵਤਨ ਵਿੱਚ ਹੋਵੇਗਾ। ਬ੍ਰਾਹਮਣ ਹੈ ਬ੍ਰਹਮਾ ਦੀ ਸੰਤਾਨ, ਉਹਨਾਂ ਨੂੰ ਹੀ ਪ੍ਰਜਾਪਿਤਾ ਬ੍ਰਹਮਾ ਕਿਹਾ ਜਾਂਦਾ ਹੈ। ਪਹਿਲੇ ਬ੍ਰਾਹਮਣ ਵਰਣ ਚਾਹੀਦੇ ਹੈ। ਊਂਚ ਤੇ ਊਂਚ ਹੈ ਬ੍ਰਾਹਮਣ ਵਰਣ, ਕੌਣ ਸਥਾਪਨ ਕਰਦੇ ਹੈ? ਪਰਮ ਪਿਤਾ ਪਰਮਾਤਮਾ। ਪਿਤਾ ਦੇ ਸਭ ਬੱਚੇ ਠਹਿਰੇ ਬ੍ਰਹਮਾ ਦੁਆਰਾ ਇਹਨਾਂ ਬ੍ਰਹਮਾ ਕੁਮਾਰ ਕੁਮਾਰੀਆਂ ਨੂੰ ਬੈਠ ਪੜਾਉਂਦੇ ਹੈ। ਇਹ ਸੰਗਮ ਯੁੱਗ ਹੈ ਬ੍ਰਾਹਮਣਾਂ ਦੀ ਪੂਰੀ। ਫਿਰ ਰੁਦਰਪੁਰੀ ਵਿੱਚ ਜਾ ਕੇ ਵਿਸ਼ਨੂਪੁਰੀ ਆਉਂਦਾ ਹੈ। ਪਹਿਲੇ ਰੁਦਰਮਾਲਾ ਵਿੱਚ ਉਹ ਆਉਣਗੇ ਜੋ ਨਿਰੰਤਰ ਯਾਦ ਕਰਨਗੇ। ਸੂਰਜਵੰਸ਼ੀ ਚੰਦਰਵੰਸ਼ੀ ਰਾਜੇ ਬਣਦੇ ਹੈ ਨਾ, ਤਾਂ ਇਸ ਸਮੇਂ ਪਰਮ ਪਿਤਾ ਪਰਮਾਤਮਾ ਦੁਆਰਾ ਰਾਜਯੋਗ ਸਿੱਖਣ ਨਾਲ ਰਜਾਈ ਪਦਵੀ ਪਾਉਂਦੇ ਹੈ। ਬਾਪ ਕਹਿੰਦੇ ਹੈ ਕਿ ਨਿਰੰਤਰ ਮੈਨੂੰ ਬਾਪ ਨੂੰ ਯਾਦ ਕਰੋ, ਬੁੱਧੀ ਦਾ ਯੋਗ ਮੇਰੇ ਨਾਲ ਲਗਾਓ। ਇਹ ਹੈ ਰੂਹਾਨੀ ਯਾਤਰਾ। ਜਨਮ ਜਨਮ ਤੋਂ ਤਾਂ ਜਿਸਮਾਨੀ ਯਾਤਰਾਵਾਂ ਕਰਦੇ ਆਏ, ਹੁਣ ਬਾਪ ਆ ਕੇ ਰੂਹਾਨੀ ਯਾਤਰਾ ਸਿਖਾਉਂਦੇ ਹੈ। ਕਹਿੰਦੇ ਹੈ ਮੈਨੂੰ ਬਾਪ ਨੂੰ ਅਤੇ ਸਵੀਟ ਹੋਮ ਨੂੰ ਯਾਦ ਕਰੋ, ਜਿੱਥੋਂ ਤੋਂ ਤੁਸੀਂ ਆਏ ਹੋ ਪਾਠ ਵਜਾਉਣ। ਤੁਸੀਂ ਗੋਰੇ ਸੀ, ਵਿਸ਼ਵ ਦੇ ਰਾਜ ਕਰਦੇ ਸੀ, ਫਿਰ ਤੁਸੀਂ ਕਾਮਚਿਤਾ ਤੇ ਬੈਠ ਕਾਲੇ ਹੋ ਗਏ ਹੈ, ਸੁੰਦਰ ਅਤੇ ਸ਼ਾਮ ਬਣ ਗਏ ਹੈ। ਭਾਰਤ ਬੜਾ ਸੁਹਾਣਾ ਹੈ, ਨਾਮ ਹੀ ਸੀ ਸਵਰਗ, ਹੁਣ ਤਾਂ ਨਰਕ ਹੈ ਨਾ। ਤੁਸੀਂ ਹੀ ਪੂਜਿਆ ਤੋਂ ਫਿਰ ਪੁਜਾਰੀ ਬੰਦੇ ਹੋ। ਤਾਂ ਊਂਚ ਤੇ ਊਂਚ ਭਗਵਾਨ ਸ਼ਿਵ, ਫਿਰ ਬ੍ਰਹਮਾ ਵਿਸ਼ਨੂੰ ਸ਼ੰਕਰ, ਇਹਨਾਂ ਦੁਆਰਾ ਬਾਪ ਕੰਮ ਕਰਵਾਉਂਦੇ ਹੈ। ਇਹਨਾਂ ਨੂੰ ਨਿਮਿਤ ਬਣਾਇਆ ਹੈ, ਇਹ ਕਰਨ ਕਰਾਵਨ ਹਾਰ ਹੈ ਨਾ। ਬ੍ਰਹਮਾ ਦੁਆਰਾ ਭਾਰਤ ਨੂੰ ਸਵਰਗ ਬਣਾਉਣ ਦੇ ਲਈ ਰਾਜਯੋਗ ਸਿਖਾਉਂਦੇ ਹੈ। ਬਾਪ ਕਹਿੰਦੇ ਹੈ ਕਿ ਇਹ ਰਾਜਯੋਗ ਸਿਖਾ ਕੇ ਪੂਰਾ ਕਰਾਂਗਾ ਤਾਂ ਵਿਨਾਸ਼ ਹੋਵੇਗਾ। ਫਿਰ ਜੋ ਨਈ ਦੁਨੀਆ ਸਥਾਪਨ ਕਰਦੇ ਹੈ ਉਹਨਾਂ ਵਿੱਚ ਜਾ ਕੇ ਰਾਜ ਕਰਨਗੇ। ਫਿਰ ਜਿਨ੍ਹਾਂ ਜੋ ਪੁਰਸ਼ਾਰਥ ਕਰੇ, ਸਾਰਾ ਪੁਰਸ਼ਾਰਥ ਤੇ ਮਦਾਰ ਹੈ। ਕਹਿੰਦੇ ਹੈ ਗੰਗਾ ਪਾਤਿਤ ਪਾਵਨੀ, ਫਿਰ ਪਰਮਾਤਮਾ ਨੂੰ ਪੁਕਾਰਦੇ ਕਿਉਂ ਹੈ? ਹੇ ਪਾਤਿਤ ਪਾਵਨ ਆਓ, ਤਾਂ ਪੁਜਾਰੀ ਭਗਤਾਂ ਨੂੰ ਭਗਤੀ ਦਾ ਫਲ ਮਿਲਣਾ ਚਾਹੀਦਾ ਨਾ। ਸਵਰਗ ਵਿੱਚ ਤੁਹਾਨੂੰ ਜੀਵਨ ਮੁਕਤੀ ਦਾ ਫਲ ਮਿਲਦਾ ਹੈ, ਹੋਰ ਸਭ ਨੂੰ ਸ਼ਕਤੀ ਦਾ ਫਲ ਮਿਲ ਜਾਂਦਾ ਹੈ। ਸਵਰਗ ਵਿੱਚ ਸੁਖ ਸ਼ਾਂਤੀ ਦੋਵੇਂ ਹੀ ਹੈ, ਸਭ ਸੁਖੀ ਹੈ। ਜਿਨ੍ਹਾਂ ਨੇ ਰਾਜਯੋਗ ਸਿੱਖਿਆ, ਵਿਕਰਮ ਵਿਨਾਸ਼ ਤਾਂ ਕਰਨਾ ਹੀ ਹੈ, ਹਿਸਾਬ ਕਿਤਾਬ ਚੁਕਤੂ ਤਾਂ ਹੋਣਾ ਹੀ ਹੈ। ਫਿਰ ਨਵੇਂ ਸਿਰੇ ਪਾਠ ਵਜਾਉਣਾ ਹੈ, ਸਭ ਦਾ ਹਿਸਾਬ ਕਿਤਾਬ ਚੁਕਤੂ ਕਰਾਏ, ਪਾਵਨ ਬਣਾਏ, ਬਾਪ ਨਾਲ ਲੈ ਜਾਂਦਾ ਹਾਂ। ਇਹ ਸਭ ਰਾਜ ਸਮਝਣ ਦੇ ਹੈ। ਮਨੁੱਖ ਭਗਵਾਨ ਨੂੰ ਯਾਦ ਕਰਦੇ ਹੈ ਤਾਂ ਜ਼ਰੂਰ ਭਗਵਾਨ ਨੂੰ ਸ੍ਰਿਸ਼ਟੀ ਤੇ ਆਉਣਾ ਪਵੇ। ਕਹਿੰਦੇ ਹੈ ਕਿ ਸ੍ਰਿਸ਼ਟੀ ਤੇ ਆ ਕੇ ਭਗਤਾਂ ਨੂੰ ਭਗਤੀ ਦਾ ਫਲ ਦਿੰਦਾ ਹੈ। ਮੁਕਤੀ ਅਤੇ ਜੀਵਨ ਮੁਕਤੀ, ਸ਼ਾਂਤੀ ਅਤੇ ਸੁਖ ਦਿੰਦਾ ਹਾਂ। ਦੁਨੀਆ ਵਿੱਚ ਸੁਖ ਸ਼ਾਂਤੀ ਅਤੇ ਸੰਪਤੀ ਹੀ ਮੰਗਦੇ ਹੈ। ਮਨੁੱਖ ਤਾਂ ਸੰਪਤੀ ਦੇ ਲਈ ਹੀ ਪੁਰਸ਼ਾਰਥ ਕਰਦੇ ਹੈ ਕਿ ਧਨਵਾਨ ਬਣੀਏ। ਸਮਝਦੇ ਹੈ ਸੰਪਤੀ ਵਿੱਚ ਹੀ ਸੁਖ ਹੋਵੇਗਾ, ਪਰ ਭਾਵੇਂ ਕਿਸੇ ਕੋਲ ਕਿੰਨੀ ਵੀ ਸੰਪਤੀ ਹੈ, ਰਾਜ ਤਾਂ ਫਿਰ ਵੀ ਮਾਇਆ ਦਾ ਹੈ ਨਾ। ਬਾਬਾ ਆਖਦੇ ਨੇ ਪਾਤਿਤ ਦੁਨੀਆ ਹੈ ਨਾ, ਤਾਂ ਪਾਪ ਜ਼ਰੂਰ ਹੋਣਗੇ। ਸੰਪਤੀ ਦੇ ਲਈ ਬਹੁਤ ਪਾਪ ਕਰਦੇ ਹੈ। ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆ। ਇਸ ਵਿੱਚ ਕੋਈ ਪੁੰਨਿਆ ਆਤਮਾਵਾਂ ਦੀ ਦੁਨੀਆ ਹੁੰਦੀ ਨਹੀਂ। ਪੁੰਨਿਆ ਆਤਮਾਵਾਂ ਦੀ ਦੁਨੀਆ ਵਿੱਚ ਫਿਰ ਕੋਈ ਪਾਪ ਆਤਮਾ ਨਹੀਂ ਹੁੰਦੀ। ਜਿਵੇਂ ਰਾਜਾ ਰਾਣੀ ਤਿਵੇਂ ਪ੍ਰਜਾ ਪੁੰਨਿਆ ਆਤਮਾ ਹੁੰਦੇ ਹੈ। ਇੰਨਾ ਪਾਵਨ ਦੇਵੀ ਦੇਵਤਾ ਨੂੰ ਪਾਤਿਤ ਦੁਨੀਆ ਵਿੱਚ ਰਾਜਾ ਲੋਕ ਵੀ ਪੂਜਦੇ ਹੈ, ਕਿਉਂਕਿ ਸਮਝਦੇ ਹੈ ਇਹ ਸਰਵਗੁਣ ਸੰਪੰਨ ਹੈ। ਸਾਡੇ ਵਿੱਚ ਕੋਈ ਗੁਣ ਨਹੀਂ, ਆਪੇ ਹੀ ਤਰਸ ਭਰਾਈਏ। ਫਿਰ ਇਹ ਕਹਿੰਦੇ ਅਸੀਂ ਹੀ ਭਗਵਾਨ ਹਾਂ। ਪਾਤਿਤਾਂ ਨੂੰ ਪਾਵਨ ਬਣਾਉਣ ਵਾਲਾ ਤਾਂ ਇੱਕ ਹੀ ਬਾਪ ਹੈ। ਪਾਤਿਤ ਪਾਵਨ ਕਹਿਣ ਨਾਲ ਬੁੱਧੀ ਚਲੀ ਜਾਣੀ ਚਾਹੀਦੀ
ਹੈ ਨਿਰਾਕਾਰ ਭਗਵਾਨ ਦੇ ਵੱਲ। ਨਿਰਾਕਾਰ ਉਪਾਸੀ ਵੀ ਹੁੰਦੇ ਹੈ ਨਾ, ਤਾਂ ਉਹ ਨਿਰਾਕਾਰ ਬਾਪ ਹੈ, ਊਂਚ ਤੇ ਊਂਚ। ਜਦੋਂ ਤੱਕ ਉਹਨਾਂ ਦਾ ਪੂਰਾ ਪਰਿਚੈ ਨਹੀਂ ਤਾਂ ਉਪਾਸਨਾ ਕੀ ਕਰਨਗੇ। ਭਾਵੇਂ ਕਹਿੰਦੇ ਹੈ ਪਰਮਪਿਤਾ ਪਰਮਾਤਮਾ ਸ਼ਿਵ ਹੈ, ਨਿਰਾਕਾਰ ਉਪਾਸੀ ਹੈ ਨਾ, ਨਿਰਾਕਾਰ ਨੂੰ ਯਾਦ ਕਰਨ ਵਾਲੇ, ਪਰ ਉਹ ਹੈ ਕੌਣ? ਪੂਰਾ ਪਰਿਚੈ ਚਾਹੀਦਾ ਹੈ ਨਾ। ਨਿਰਾਕਾਰ ਨੂੰ ਕਿਉਂ ਯਾਦ ਕਰਦੇ ਹੈ? ਉਹਨਾਂ ਕੋਲੋਂ ਕੀ ਮਿਲੇਗਾ? ਕੀ ਨਿਰਾਕਾਰੀ ਦੁਨੀਆ ਵਿੱਚ ਜਾਣਗੇ? ਆਤਮਾਵਾਂ ਨੂੰ ਤਾਂ ਨਿਰਾਕਾਰੀ ਦੁਨੀਆ ਵਿੱਚ ਜਾਣ ਦੇ ਰਾਸਤੇ ਦਾ ਪਤਾ ਨਹੀਂ ਹੈ। ਭਾਵੇਂ ਸਭ ਯਾਦ ਕਰਦੇ ਹੈ ਪਰ ਬਗੈਰ ਪਰਿਚੈ। ਇਸ ਤਰ੍ਹਾਂ ਯਾਦ ਕਰਨ ਨਾਲ ਤਾਂ ਕੋਈ ਪਾਵਨ ਨਹੀਂ ਬਣਨਗੇ। ਇੱਥੇ ਤਾਂ ਨਿਰਾਕਾਰ ਖੁਦ ਸਾਕਾਰ ਵਿੱਚ ਆਉਂਦੇ ਹੈ। ਮਨੁੱਖ ਤਾਂ ਨਿਰਾਕਾਰੀ ਦੁਨੀਆ ਵਿੱਚ ਜਾਣ ਦੇ ਲਈ ਕਿੰਨੇ ਸ਼ਾਸਤਰ ਆਦਿ ਪੜ੍ਹਦੇ ਹੈ, ਪਰ ਕੋਈ ਜਾ ਨਹੀਂ ਸਕਦੇ। ਰਾਸਤੇ ਦਾ ਵੀ ਪਤਾ ਨਹੀਂ ਹੈ। ਜਸਮਾਨੀ ਯਾਤਰਾ ਤੇ ਪੰਡੇ ਲੋਕ ਰਾਸਤਾ ਜਾਣਦੇ ਹੈ, ਉਦੋਂ ਤਾਂ ਲੈ ਜਾਂਦੇ ਹੈ ਨਾ। ਇੱਥੇ ਇਸ ਰਾਸਤੇ ਨੂੰ ਕੋਈ ਜਾਣਦੇ ਨਹੀਂ ਜੋ ਸਮਝਾਵੇ। ਇਸ ਦੇ ਲਈ ਕਹਿੰਦੇ ਹੈ ਬੇਅੰਤ ਹੈ, ਤਾਂ ਫਿਰ ਯਾਦ ਕਿਵੇਂ ਕਰੀਏ? ਕੁਝ ਵੀ ਸਮਝਦੇ ਨਹੀਂ। ਕਿਸੇ ਨੇ ਕਿਹਾ ਬੇਅੰਤ ਹੈ, ਫਿਰ ਕਿਸੇ ਨੇ ਕਿਹਾ ਨਿਰਾਕਾਰ ਹੈ, ਤਾਂ ਫਿਰ ਨਿਰਾਕਾਰ ਉਪਾਸੀ ਬਣੇ। ਅੱਜ ਕੱਲ੍ਹ ਤਾਂ ਫਿਰ ਕਹਿ ਦਿੰਦੇ ਹੈ ਕਿ ਅਸੀਂ ਉਹੀ ਹਾਂ। ਦਿਨ ਪ੍ਰਤੀ ਦਿਨ ਤਮੋ ਪ੍ਰਧਾਨ ਮਤ ਬੁੱਧੀ ਮਤ ਹੁੰਦੀ ਜਾਂਦੀ ਹੈ। ਜੋ ਆਉਂਦੇ ਹੈ ਉਹ ਕਹਿੰਦੇ ਰਹਿੰਦੇ ਹੈ। ਬਾਪ ਸਮਝਾਉਂਦੇ ਹੈ, ਊਂਚ ਤੇ ਊਂਚ ਬਾਪ ਗਾਇਆ ਜਾਂਦਾ ਹੈ। ਸਰਵਿਆਪੀ ਕਹਿਣ ਨਾਲ ਤਾਂ ਸਭ ਊਂਚ ਤੇ ਊਂਚ ਹੋ ਜਾਂਦੇ ਹੈ। ਇਹ ਪਤਿਤ ਦੁਖੀ ਉਹ ਫਿਰ ਊਂਚ ਤੇ ਊਂਚ ਕਿਵੇਂ ਹੋਣਗੇ? ਇੱਕ ਪਾਸੇ ਕਹਿੰਦੇ ਨਾਮ ਰੂਪ ਤੋਂ ਨਿਆਰਾ ਹੈ, ਫਿਰ ਉਹਨਾਂ ਨੂੰ ਪੱਥਰ ਭੀਤਰ ਵਿੱਚ ਲਗਾਉਣਾ, ਇਸ ਨੂੰ ਹੀ ਧਰਮ ਗਲਾਨੀ ਕਿਹਾ ਜਾਂਦਾ ਹੈ। ਹੁਣ ਫਿਰ ਕਹਿੰਦੇ ਹੈ ਅਸੀਂ ਹੀ ਪਰਮਾਤਮਾ ਹਾਂ। ਹੁਣ ਜੋ ਕੁਝ ਪਾਸਟ ਹੋਇਆ ਸਭ ਡਰਾਮਾ ਹੈ, ਇਹ ਫਿਰ ਵੀ ਹੋਵੇਗਾ। ਭੁੱਲ ਪਿਛਾੜੀ ਗਲਾਨੀ ਕਰਦੇ ਭਾਰਤ ਅਜਿਹੇ ਪਤਿਤ ਹੋ ਗਿਆ ਹੈ। ਬਾਪ ਦਾ ਪਰਿਚੈ ਤਾਂ ਸਭ ਨੂੰ ਮਿਲਣਾ ਹੈ। ਤੁਹਾਡਾ ਪ੍ਰਭਾਵ ਨਿਕਲੇਗਾ। ਇਤਨੇ ਢੇਰ ਬ੍ਰਹਮਾ ਕੁਮਾਰ ਕੁਮਾਰੀਆਂ ਦੁਆਰਾ ਗਿਆਨ ਮਿਲਦਾ ਹੈ। ਇਹ ਤਾਂ ਬਰੋਬਰ ਪਰਮਪਿਤਾ ਪਰਮਾਤਮਾ ਦੀ ਹੀ ਗੱਲ ਹੈ। ਸਭ ਤੋਂ ਊਂਚ ਤੇ ਊਂਚ ਹੈ ਪਰਮਪਿਤਾ ਪਰਮਾਤਮਾ। ਉਹਨਾਂ ਦੀ ਮਹਿਮਾ ਬਹੁਤ ਹੈ, ਪਾਰਾਵਾਰ ਨਹੀਂ। ਹੁਣ ਬਾਪ ਬੈਠ ਆਪਣਾ ਪਰਿਚੈ ਦਿੰਦੇ ਹੈ। ਮੈਂ ਕੀ ਕਰਦਾ ਹਾਂ? ਮੈਂ ਆ ਕੇ ਸਭ ਪਾਪ ਆਤਮਾਵਾਂ ਨੂੰ ਪੁੰਨ ਆਤਮਾਵਾਂ ਬਣਾਉਂਦਾ ਹਾਂ, ਰਾਜਯੋਗ ਸਿਖਾਉਂਦਾ ਹਾਂ। ਗਾਇਆ ਵੀ ਜਾਂਦਾ ਹੈ ਈਸ਼ਵਰ ਦੀ ਗਤ ਮਤ ਨਿਆਰੀ। ਸੋ ਤਾਂ ਜ਼ਰੂਰ ਜਦੋਂ ਇੱਥੇ ਆਉਣਗੇ ਤਾਂ ਤੇ ਮਤ ਦੇਣਗੇ ਨਾ। ਕ੍ਰਾਈਸਟ ਦੀ ਸੋਲਾਈ ਕ੍ਰਿਸਚਨ ਧਰਮ ਸਥਾਪਨ ਕਰਨ। ਬਾਪ ਦੀ ਮਤ ਤੇ ਸਭ ਤੋਂ ਨਿਆਰੀ ਹੈ। ਇਹ ਬਾਪ ਤੇ ਹੈ ਸਭ ਤੋਂ ਊਂਚ। ਭਾਰਤ ਵਿੱਚ ਮਨੁੱਖ ਮਾਤਰ ਵਿੱਚ ਸ੍ਰੇਸ਼ਟ ਤੇ ਸ੍ਰੇਸ਼ਟ ਦੇਵੀ ਦੇਵਤਾ ਹੀ ਡਬਲ ਸਿਰਤਾਜ ਬਣੇ ਹੈ। ਬਾਪ ਦੀ ਹੈ ਸ਼੍ਰੀਮਤ ਭਗਵਾਨੋਵਾਚ। ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ ਜੋ ਹੋਰ ਕੋਈ ਸਿਖਲਾ ਨਹੀਂ ਸਕਦਾ। ਲਿਖਿਆ ਹੋਇਆ ਹੈ ਹੀ ਭਗਵਾਨੋਵਾਚ, ਉਹ ਹੈ ਹੀ ਹੈਵਨਲੀ ਗॉड ਫਾਦਰ ਜੋ ਸਵਰਗ ਦੀ ਸਥਾਪਨਾ ਕਰਦੇ ਹੈ। ਸਵਰਗ ਦੇ ਲਈ ਤੁਸੀਂ ਬ੍ਰਾਹਮਣਾਂ ਨੂੰ ਰਾਜਯੋਗ ਸਿਖਾਉਂਦੇ ਹੈ। ਬ੍ਰਾਹਮਣ ਵਰਣ ਸਭ ਤੋਂ ਉੱਚ ਹੋ ਗਿਆ। ਬਾਪ ਸਰਵਿਸ ਦੀਆਂ ਜੁਗਤੀਆਂ ਬਹੁਤ ਦੱਸਦੇ ਹੈ। ਭਾਵੇਂ ਕੋਈ ਗਾਲਾਂ ਵੀ ਦੇਵੇ, ਤੁਸੀਂ ਚਿੱਤਰ ਰੱਖ ਦਵੋ। ਉਹਨਾਂ ਵਿੱਚ ਲਿਖਿਆ ਹੋਇਆ ਹੈ ਕਿ ਇਹਨਾਂ ਵਰਣਾਂ ਵਿੱਚ ਭਾਰਤ ਵੀ ਆਉਂਦਾ ਹੈ। ਹੁਣ ਹੈ ਕਲਯੁਗ ਸ਼ੂਦਰ ਵਰਣ। ਫਿਰ ਤੁਸੀਂ ਬਾਪ ਦੁਆਰਾ ਬ੍ਰਾਹਮਣ ਬਣੇ ਹੋ। ਤੁਹਾਡਾ ਨਾਮ ਹੈ ਬ੍ਰਹਮਾ ਕੁਮਾਰ ਬ੍ਰਹਮਾ ਕੁਮਾਰੀ। ਤੁਹਾਡੇ ਚਿੱਤਰ ਅਜਿਹੇ ਹੋਣੇ ਚਾਹੀਦੇ ਹੈ ਜੋ ਮਨੁੱਖਾਂ ਨੂੰ ਵੰਡਰ ਲੱਗੇ ਕਿ ਅਜਿਹੇ ਚਿੱਤਰ ਤੇ ਕਦੇ ਨਹੀਂ ਵੇਖੇ। ਇਹ ਗਿਆਨ ਵਪਾਰੀ ਬੁੱਧੀ ਵਾਲੇ ਚੰਗੀ ਤਰ੍ਹਾਂ ਸਮਝ ਸਕਦੇ ਹੈ। ਇਹ ਵਪਾਰ ਵੀ ਚੰਗਾ ਹੈ ਤਾਂ ਸ਼੍ਰੀਮਤ ਦੇਣ ਵਾਲੇ ਵੀ ਸਰਵੋਤਮ ਹੈ, ਪਰੰਤੂ ਬਹੁਤ ਬੱਚੇ ਮਿਹਨਤ ਨਹੀਂ ਕਰਦੇ। ਘਰ ਵਿੱਚ ਸੁੱਤੇ ਪਏ ਰਹਿੰਦੇ ਤਾਂ ਬਾਬਾ ਖੜਾ ਕਰਦੇ ਹੈ। ਤੁਸੀਂ ਇੱਕ ਚਿੱਤਰ ਬਣਾਓਗੇ, ਉਸ ਨਾਲ ਹਜ਼ਾਰਾਂ ਦਾ ਕਲਿਆਣ ਹੋਵੇਗਾ। ਸਭ ਤੁਹਾਡੀ ਵਾਹ ਕਰਨਗੇ, ਬੰਦੇ ਮਾਤਰਮ ਕਹਿਣਗੇ। ਅੱਛਾ, ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਰੁਦਰਮਾਲਾ ਵਿੱਚ ਪਹਿਲੇ ਨੰਬਰ ਆਉਣ ਦੇ ਲਈ ਨਿਰੰਤਰ ਬਾਪ ਦੀ ਯਾਦ ਵਿੱਚ ਰਹਿਣਾ ਹੈ। ਬਾਪ ਅਤੇ ਸਵੀਟ ਹੋਮ ਦੀ ਯਾਦ ਨਾਲ ਖੁਦ ਨੂੰ ਪਾਵਨ ਬਣਾਉਣਾ ਹੈ। ਨੰਬਰ 2 ਰੂਹਾਨੀ ਪੰਡਾ ਬਣ ਸਭ ਨੂੰ ਸੱਚੀ ਯਾਤਰਾ ਕਰਾਉਣੀ ਹੈ। ਇੱਕ ਬਾਪ ਦੀ ਸ਼੍ਰੀਮਤ ਨਾਲ ਖੁਦ ਨੂੰ ਡਬਲ ਸਿਰਤਾਜ ਬਣਾਉਣਾ ਹੈ। ਵਰਦਾਨ ਹੈ ਅੱਜ ਦਾ। ਸਵੈ ਸਥਿਤੀ ਦੀ ਸ਼ਕਤੀਸ਼ਾਲੀ
ਸ਼ਕਤੀ ਨਾਲ ਕਿਸੇ ਵੀ ਪਰਿਸਥਿਤੀ ਦਾ ਸਾਹਮਣਾ ਕਰਨ ਵਾਲੇ ਮਾਸਟਰ ਨਾਲੇਜਫੁਲ ਭਵ। ਸਵੈ ਸਥਿਤੀ ਦੀ ਸ਼ਕਤੀ ਨਾਲ ਕਿਸੇ ਵੀ ਪਰਿਸਥਿਤੀ ਦਾ ਸਾਹਮਣਾ ਕਰਨ ਵਾਲੇ ਮਾਸਟਰ ਨਾਲੇਜਫੁਲ ਭਵ। ਅੱਜ ਬਾਬਾ ਆਖਦੇ ਨੇ ਸਵੈ ਸਥਿਤੀ ਮਤਲਬ ਆਤਮਿਕ ਸਥਿਤੀ। ਪਰਿਸਥਿਤੀ ਵਿਅਕਤੀ ਜਾਂ ਪ੍ਰਕਿਰਤੀ ਦੁਆਰਾ ਆਉਂਦੀ ਹੈ, ਲੇਕਿਨ ਜੇਕਰ ਸਵੈ ਸਥਿਤੀ ਸ਼ਕਤੀਸ਼ਾਲੀ ਹੈ ਤਾਂ ਉਸ ਦੇ ਅੱਗੇ ਪਰਿਸਥਿਤੀ ਕੁਝ ਵੀ ਨਹੀਂ ਹੈ। ਸਵੈ ਸਥਿਤੀ ਵਾਲਾ ਕਿਸੇ ਵੀ ਤਰ੍ਹਾਂ ਦੀ ਪਰਿਸਥਿਤੀ ਤੋਂ ਘਬਰਾ ਨਹੀਂ ਸਕਦਾ, ਕਿਉਂਕਿ ਨੌਲੇਜਫੁਲ ਆਤਮਾ ਹੋ ਗਈ। ਉਸ ਨੂੰ ਤਿੰਨਾਂ ਕਾਲਾਂ ਦੀ ਸਰਵ ਆਤਮਾਵਾਂ ਦੀ ਨੌਲੇਜ ਹੈ। ਉਹ ਜਾਣਦੇ ਹੈ ਕਿ ਇਹ ਪਰਵਸ਼ ਹੈ, ਇਸ ਲਈ ਸ਼ੁਭ ਭਾਵਨਾ ਸ਼ੁਭ ਕਾਮਨਾ ਦੁਆਰਾ ਉਸ ਦੀ ਸੇਵਾ ਕਰਨਗੇ, ਘਬਰਾਣਗੇ ਨਹੀਂ, ਸਦਾ ਮੁਸਕਰਾਉਂਦੇ ਰਹਿਣਗੇ। ਸਲੋਗਨ ਹੈ ਜਿੱਦਾਂ ਭਾਗਵਾਨ ਉਹ ਹੈ ਜੋ ਸਦਾ ਭਾਗ ਦੇ ਗੁਣ ਗਾਉਣ, ਕਮਜ਼ੋਰੀਆਂ ਦੇ ਨਹੀਂ। ਭਾਗਵਾਨ ਉਹ ਹੈ ਜੋ ਸਦਾ ਭਾਗ ਦੇ ਗੁਣ ਗਾਉਣ, ਕਮਜ਼ੋਰੀਆਂ ਦੇ ਨਹੀਂ। ਚੰਗਾ। ਓਮ ਸ਼ਾਂਤੀ।